हाँ जी। हेलो माय डियर फ्रेंड्स, आई होप यू आर डूइंग वेल। आई एम मोहित ढिंगरा। वेलकम अगेन टू ਅਪੈਕਸ ਇੰਸਟੀਚਿਊਟ। ਸੋ ਅਪੈਕਸ ਇੰਸਟੀਚਿਊਟ ਬਠਿੰਡਾ ਦੀ ਆਨਲਾਈਨ YouTube ਕਲਾਸਿਸ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਡੇਲੀ ਸ਼ਾਮ ਨੂੰ 4 ਵਜੇ ਆਪਾਂ ਡਿਸਕਸ ਕਰ ਰਹੇ ਹਾਂ ਇੰਪੋਰਟੈਂਟ ਆਪਣੇ ਸਾਇੰਸ ਦੇ ਸੈਸ਼ਨ ਨੂੰ। ਸੋ ਅੱਜ ਵੀ ਆਪਣੀ ਸਾਇੰਸ ਦੀ ਇੰਪੋਰਟੈਂਟ 13th ਕਲਾਸ, ਠੀਕ ਹੈ ਜੀ। ਸੋ ਅੱਜ ਆਪਣੀ 13th ਕਲਾਸ ਹੈ। ਇਸ ਤੋਂ ਪਹਿਲਾਂ ਵਾਲੀਆਂ 12 ਕਲਾਸਿਸ ਤੁਸੀਂ ਅਪੈਕਸ ਇੰਸਟੀਚਿਊਟ YouTube ਚੈਨਲ ਤੇ ਦੇਖ ਸਕਦੇ ਹੋ। ਸੋ ਇਸ ਸੈਸ਼ਨ ਦੇ ਵਿੱਚ ਵੀ ਆਪਾਂ ਡਿਸਕਸ ਕਰਾਂਗੇ ਸਾਇੰਸ ਦੇ ਆਪਣੇ ਮੋਸਟ ਇੰਪੋਰਟੈਂਟ ਕੁਐਸਚਨਸ ਨੂੰ, ਜੋ ਕਿ ਤੁਹਾਡੇ ਪੀਟੈਟ, ਈਟੀਟੀ ਐਂਡ ਪੰਜਾਬ ਗਵਰਨਮੈਂਟ ਐਗਜ਼ਾਮੀਨੇਸ਼ਨਸ ਦੇ ਲਈ ਕਾਫੀ ਜ਼ਿਆਦਾ ਹੈਲਪਫੁਲ ਹੈ, ਠੀਕ ਹੈ ਜੀ। ਸੋ ਸਟਾਰਟ ਕਰਦੇ ਹਾਂ ਫਿਰ ਅੱਜ ਦੇ ਆਪਣੀ ਕਲਾਸ ਨੂੰ ਤੇ ਦੇਖਦੇ ਹਾਂ ਅੱਜ ਆਪਣਾ ਫਸਟ ਕੁਐਸਚਨ ਕੀ ਹੈ। ਸੋ ਫਸਟ ਕੁਐਸਚਨ ਹੈ ਜੀ, ਰਸਟਿੰਗ ਆਫ ਐਨ ਆਇਰਨ ਇਜ਼ ਐਨ ਐਗਜ਼ਾਮਪਲ ਆਫ, है ना, आयरन लोहे ਨੂੰ जंग लगना, ये किस चीज ਦੀ एग्जांपल है, किस तरीके ਦੀ रिएक्शन ਦੀ एग्जांपल है? रिडक्शन रिएक्शन, आयनाइजेशन रिएक्शन, ऑक्सीडेशन रिएक्शन या फिर डिसोसिएशन रिएक्शन? हाँ जी। सो इंपॉर्टेंट क्वेश्चन है जी, लोहे ਨੂੰ जंग लगना ਇਹਨਾਂ ਦੇ ਵਿੱਚੋਂ किस तरीके ਦੀ ਆਪਣੀ रिएक्शन है, ਆਪਾਂ ਇਹ ਦੱਸੋ। चलो सो कमेंट करो फटाफट, अपने आंसर दिया करो ਤੇ then ਆਪਾਂ ਡਿਸਕਸ ਕਰਾਂਗੇ ਫਿਰ ਇਸ ਕੁਐਸਚਨ ਦਾ ਸਹੀ ਆਨਸਰ ਕੀ ਹੈ। ਸੋ ਆਈ ਥਿੰਕ ਤੁਸੀਂ ਆਪਣਾ ਆਨਸਰ ਸੋਚ ਲਿਆ ਹੋਗਾ। ਸੋ ਰਸਟਿੰਗ ਆਫ ਆਇਰਨ ਹੈ ਜੀ ਆਪਣੀ ਆਕਸੀਡੇਸ਼ਨ ਰਿਐਕਸ਼ਨ। ਸੋ ਸੀ ਆਪਸ਼ਨ ਇਜ਼ ਦਾ ਕਰੈਕਟ ਆਨਸਰ, दैट इज ਆਕਸੀਡੇਸ਼ਨ ਰਿਐਕਸ਼ਨ। ਸੋ ਆਕਸੀਡੇਸ਼ਨ ਰਿਐਕਸ਼ਨ ਦਾ ਮਤਲਬ ਕੀ ਹੁੰਦਾ ਹੈ? ਇਹਦਾ ਮਤਲਬ ਇਹ ਹੁੰਦਾ ਵੀ ਜਿਹੜਾ ਆਇਰਨ ਹੈ, ਲੋਹਾ, ਲੋਹੇ ਨੂੰ ਜੰਗ ਲੱਗਣ ਦੇ ਲਈ ਇੱਕ ਤਾਂ ਆਕਸੀਜਨ ਦੀ ਲੋੜ ਹੈ, ਪਲੱਸ ਦੂਸਰਾ ਮੋਇਸਚਰ ਦੀ ਲੋੜ ਹੈ। ਮੋਇਸਚਰ ਆਪਾਂ ਕਹਿ ਸਕਦੇ ਹਾਂ ਹਵਾ, ਨਮੀ ਵਾਲੀ ਹਵਾ ਜਾਂ ਫਿਰ ਪਾਣੀ। ਸੋ ਉਹਦੇ ਵਿੱਚ ਕੀ ਹੁੰਦਾ ਹੈ, ਜਿਹੜਾ ਆਇਰਨ ਹੈ Fe plus O2 plus H2 ਇਹ ਮਿਲ ਕੇ ਕੀ ਕਰਦੇ ਆ, ਜੰਗ ਲੱਗ ਜਾਂਦੀ, ਰਸਟਿੰਗ ਬਣ ਜਾਂਦੀ। ਸੋ ਰਸਟਿੰਗ ਆਫ ਆਇਰਨ ਹੋ ਜਾਂਦੀ ਹੈ। ਰਸਟਿੰਗ ਆਫ ਆਇਰਨ ਦਾ ਫਾਰਮੂਲਾ ਹੁੰਦਾ ਹੈ Fe2O3 ਨਾਲ ਪਾਣੀ ਦੇ ਮੋਲੀਕਿਊਲਸ ਐਜ਼ ਇਟ ਇਜ਼ ਜੁੜ ਜਾਂਦੇ। ਸੋ Fe2O3 XH2 ਇਹ ਫਾਰਮੂਲਾ ਹੁੰਦਾ ਰਸਟਿੰਗ ਦਾ, ਆਇਰਨ ਦਾ। ਆਇਰਨ ਦਾ ਸਿੰਬਲ ਹੁੰਦਾ ਜੀ Fe। ਆਇਰਨ ਦਾ ਜਿਹੜਾ ਐਟੋਮਿਕ ਨੰਬਰ ਹੈ, ਆਇਰਨ ਦਾ ਐਟੋਮਿਕ ਨੰਬਰ ਹੈ ਜੀ 26। ਐਟੋਮਿਕ ਨੰਬਰ ਨੂੰ ਆਪਾਂ ਡੋਨੇਟ ਕਰਦੇ ਹਾਂ Z ਦੇ ਨਾਲ, ਤੇ 26 ਦਾ ਮਤਲਬ ਇਹ ਵੀ ਹੈ ਵੀ ਆਇਰਨ ਦੇ ਵਿੱਚ ਪ੍ਰੋਟੋਨਸ ਕਿੰਨੇ ਹੈ, ਪ੍ਰੋਟੋਨਸ ਹੈ ਜੀ ਇਹਦੇ ਵਿੱਚ 26। ਕਲੀਅਰ ਹੈ। ਸੋ ਆਕਸੀਡੇਸ਼ਨ ਦਾ ਮਤਲਬ ਇਹ ਹੁੰਦਾ ਵੀ ਆਕਸੀਜਨ ਕੰਬਾਈਨ ਹੋ ਰਹੀ। ਸੋ ਰਸਟਿੰਗ ਆਫ ਆਇਰਨ ਕੀ ਹੈ, ਇਜ਼ ਐਨ ਆਕਸੀਡੇਸ਼ਨ ਰਿਐਕਸ਼ਨ। ਕਲੀਅਰ ਹੈ। नेक्स्ट देखो सेकंड क्वेश्चन, विच ऑफ द फॉलोइंग यूनिट्स इज यूज्ड फॉर मेजरिंग द अमाउंट ऑफ द सबस्टेंस। सो किसी भी सबस्टेंस ਦੀ ਅਮਾਉਂਟ ਨੂੰ ਮੈਜ਼ਰ ਕਰਨ ਦੇ ਲਈ, ਮਾਪਣ ਦੇ ਲਈ ਆਪਾਂ ਕਿਹੜੀ ਯੂਨਿਟ ਹੈ ਉਹਦਾ ਇਸਤੇਮਾਲ ਕਰਦੇ? ਲਕਸ, ਮੋਲ, ਟੈਸਲਾ ਜਾਂ ਫਿਰ ਜੂਲ? ਵੈਰੀ ਇੰਪੋਰਟੈਂਟ। हाँ जी, सो वेरी इंपॉर्टेंट। सो किसी भी ਅਮਾਉਂਟ ਆਫ ਸਬਸਟੈਂਸ, ਹੈ ਨਾ, ਕਿਸੇ ਵੀ ਸਬਸਟੈਂਸ ਦੀ ਅਮਾਉਂਟ, ਮਾਤਰਾ ਨੂੰ ਆਪਾਂ ਕਿਹਦੇ ਵਿੱਚ ਮਾਪਦੇ ਹਾਂ? ਮੋਲ ਦੇ ਵਿੱਚ। ਸੋ ਬੀ ਆਪਸ਼ਨ ਇਜ਼ ਦਾ ਕਰੈਕਟ ਆਨਸਰ, दैट इज ਮੋਲਸ। ਸੋ ਕੈਮਿਸਟਰੀ ਦੇ ਵਿੱਚ ਆਪਾਂ ਇੱਕ ਮੋਲ ਦੀ ਵੈਲਿਊ ਕਿੰਨੀ ਦੇਖਦੇ ਹਾਂ, ਉਹ ਹੁੰਦੀ ਹੈ ਜੀ 6.022 into 10 ਦੀ ਪਾਵਰ 23 ਪਾਰਟੀਕਲਸ ਆਫ दैट ਐਟਮ। ਇੱਕ ਮੋਲ ਦੀ ਵੈਲਿਊ ਹੁੰਦੀ ਹੈ 6.023 into 10 ਦੀ ਪਾਵਰ 20। ਜੋ ਵੀ ਚੀਜ਼ ਹੈ ਉਹਦੀ ਉਨੀ ਵੈਲਿਊ ਨੂੰ ਆਪਾਂ ਮੋਲ ਬੋਲ ਦਿੰਦੇ ਹਾਂ, ਠੀਕ ਹੈ ਜੀ। ਸੋ ਮੋਲ ਦੀ ਵੈਲਿਊ ਇਹ ਹੁੰਦੀ ਹੈ 6.023 into 10 ਦੀ ਪਾਵਰ 20। ਸੋ ਅਮਾਉਂਟ ਆਫ ਸਬਸਟੈਂਸ ਨੂੰ ਮਾਪਿਆ ਜਾਂਦਾ ਮੋਲ ਦੇ ਵਿੱਚ, ਠੀਕ ਹੈ। ਤੇ ਯੂਨਿਟਸ ਹੈ, ਯੂਨਿਟਸ ਮਤਲਬ ਇਕਾਈ, ਹੈ ਨਾ, ਇਹਦੀ ਇਕਾਈ ਹੈ। ਸੋ ਹਰ ਚੀਜ਼ ਦੀ ਯੂਨਿਟ ਹੁੰਦੀ ਹੈ, ਜਿਵੇਂ ਦੇਖੋ ਡਿਸਟੈਂਸ ਹੈ ਜਾਂ ਲੈਂਥ ਹੈ। ਡਿਸਟੈਂਸ ਦੀ ਯੂਨਿਟ ਆਪਣੇ ਕੋਲ ਕੀ ਹੁੰਦੇ, ਮੀਟਰ। ਮਾਸ ਦੇ ਯੂਨਿਟ ਕੀ ਹੁੰਦੇ ਆਪਣੇ ਕੋਲ, ਕਿਲੋਗ੍ਰਾਮ। ਟੈਂਪਰੇਚਰ, ਟੈਂਪਰੇਚਰ ਦੀ ਯੂਨਿਟ ਕੀ ਹੁੰਦੇ ਆਪਣੇ ਕੋਲ, ਕੈਲਵਿਨ, ਠੀਕ ਹੈ। फ्रीक्वेंसी, फ्रीक्वेंसी the units ਕੀ ਹੁੰਦੇ ਆ, hertz, hertz is the unit of frequency। power of lens, power of lens the unit ਹੁੰਦੇ ਜੀ diopter, diopter, ਠੀਕ ਹੈ। charge, charge ਦੀ ਆਪਣੇ ਕੋਲ ਯੂਨਿਟ ਹੁੰਦੇ ਜੀ ਕੂਲਮ, ਕੂਲਮਸ। ਤੇ ਜਿਹੜਾ ਕਰੰਟ ਹੈ, ਕਰੰਟ ਨੂੰ ਆਪਾਂ ਕਿਹਦੇ ਵਿੱਚ ਮਾਪਦੇ ਹਾਂ, ਓਮ ਦੇ ਵਿੱਚ, ओम, है ना।
ओम ਦੇ ਵਿੱਚ ਮਾਪਦੇ ਨਹੀਂ, ओम ਦੇ ਵਿੱਚ ਤਾਂ ਰੈਜ਼ਿਸਟੈਂਸ ਨੂੰ ਮਾਪਦੇ ਆ। ਕਰੰਟ ਦੀ ਯੂਨਿਟ ਹੈ ਜੀ ਆਪਣੇ ਕੋਲ ਐਂਪੀਅਰ, एम्पीयर, ठीक है। सो सारे इंपॉर्टेंट यूनिट्स है। जूल देखो, जूल किहदी यूनिट है, जूल है जी एनर्जी दे, होर किहदी यूनिट है वर्क दे, है ना। सो सारे इंपॉर्टेंट ये यूनिट्स है, आपां नूं सारी यूनिट्स याद होनी चाहिए, ठीक है जी। सो अमाउंट ऑफ सबसटेंस को मापते हैं मोल दे विच, तो जो मैं बाकी यूनिट्स लिखी है ये भी आपां याद करनी है। थर्ड क्वेश्चन है जी, एन अलॉय ऑफ लेड एंड टिन इज आल्सो नोन एज। सो देखो लेड हो गया ते टिन हो गया, दोनों ਨੂੰ मिला के एक अलॉय बनता है, ਉਹਨੂੰ ਆਪਾਂ ਕੀ ਬੋਲਦੇ हैं, स्टेनलेस स्टील, ब्रास, ब्रोंज या फिर सोल्डर। हाँ जी, सो इस क्वेश्चन का आंसर दियो, काफी इंपॉर्टेंट है। अलॉयज होंदा है दो मैटल दा मिक्सचर, या दो मैटल या नॉन मैटल दा मिक्सचर। सो ਜਿਹੜਾ ਲੈਡ ਹੈ, ਲੈਡ ਤੇ ਤਿੰਨ ਦੇ ਮਿਕਸਚਰ ਨੂੰ ਆਪਾਂ ਬੋਲਦੇ ਹਾਂ ਜੀ ਸੋਲਡਰ। ਸੋ ਡੀ ਆਪਸ਼ਨ ਇਜ਼ ਦਾ ਕਰੈਕਟ ਆਂਸਰ, that is solder, solder mixture ਹੁੰਦਾ lead plus tin ਦਾ। ਸੋ ਲੈਡ ਦਾ ਸਿੰਬਲ ਹੁੰਦਾ ਜੀ Pb, ਕੱਲ ਦੀ ਕਲਾਸ ਦੇ ਵਿੱਚ ਆਪਾਂ ਪੜਿਆ ਸੀ। tin ਦਾ ਹੁੰਦਾ Sn, ਸੋ Pb plus Sn ਮਿਲ ਕੇ ਬਣਦਾ ਹੈ ਸੋਲਡਰ। ਸੋ ਬਹੁਤ ਸਾਰੇ ਅਲੋਇਸ ਆਪਾਂ ਯੂਜ਼ ਕਰਦੇ ਹਾਂ, ਜਿਵੇਂ ਸਟੇਨਲੈਸ ਸਟੀਲ ਹੈ, ਇਹ ਵੀ ਤਾਂ ਅਲੋਏ ਹੈ। ਸਟੇਨਲੈਸ ਸਟੀਲ ਕਿਸ ਚੀਜ਼ ਦਾ ਅਲੋਏ ਹੈ, ਆਇਰਨ ਪਲਸ ਕਾਰਬਨ ਪਲਸ ਨਿਕਲ प्लस क्रोमियम, है ना, इन्हां चीज़ों का होंदा है स्टेनलेस स्टील। सो इंपॉर्टेंट, सो लेड ते टिन दोनों के मिक्सचर ਨੂੰ ਆਪਾਂ ਕੀ बोलते हैं, सोल्डर। वेरी इंपॉर्टेंट। चल सो चलते नेक्स्ट क्वेश्चन पे। फोर्थ क्वेश्चन है, विच वन ऑफ द फॉलोइंग इज नॉट प्रेजेंट इन सीमेंट। सो सीमेंट ਦੇ ਵਿੱਚ ਕਿਹੜੀ ਚੀਜ਼ ਮੌਜੂਦ ਨਹੀਂ ਹੁੰਦੀ, क्ले, एल्यूमिना, एलम या फिर जिप्सम। सो वेरी इंपॉर्टेंट क्वेश्चन, ਕਿਹੜੀ ਚੀਜ਼ ਸੀਮੈਂਟ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੁੰਦੀ। ਸੋ ਸੀਮੈਂਟ ਦੇ ਵਿੱਚ ਐਲਮਸ ਹੈ ਜਿਹੜੇ ਉਹ ਪ੍ਰੈਜ਼ੈਂਟ ਨਹੀਂ ਹੁੰਦੇ। ਕਲੇ ਵੀ ਹੁੰਦੀ ਆ, ਐਲੂਮੀਨਾ ਵੀ ਹੁੰਦੀ ਹੈ, ਜਿਪਸਮ ਵੀ ਹੁੰਦੀ ਹੈ, ਹੋਰ ਵੀ ਬਹੁਤ ਸਾਰੀ ਚੀਜ਼ਾਂ ਹੁੰਦੀਆਂ, ਲੇਕਿਨ ਐਲਮ ਹੈ ਜਿਹੜੇ ਉਹ ਸੀਮੈਂਟ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੁੰਦੇ। ਸੋ ਵਾਟ ਇਜ਼ ਸੀਮੈਂਟ, ਸੀਮੈਂਟ ਕੀ ਹੈ, ਸੀਮੈਂਟ ਇਜ਼ ਦਾ ਬਾਈਂਡਰ। ਬਾਈਂਡਰ ਦਾ ਮਤਲਬ ਇਹ ਹੁੰਦਾ ਹੈ ਉਹ ਜਿਹੜਾ ਦੋ ਚੀਜ਼ਾਂ ਨੂੰ ਜੋੜਦਾ ਜਾਂ ਬ੍ਰਿਕਸ ਨੂੰ ਆਪਸ ਦੇ ਵਿੱਚ ਜੋੜਦਾ ਹੈ, ਬਾਈਂਡਰ। जिप्सम का बहुत इंपॉर्टेंट यूज है सीमेंट ਦੇ ਵਿੱਚ। जिप्सम इज यूज्ड एज रिटार्डर इन द सीमेंट, रिटार्डर इन द सीमेंट। रिटार्डर इन द सीमेंट ਦਾ ਮਤਲਬ ਇਹ ਹੈ ਇਹ ਸੀਮੈਂਟ ਨੂੰ ਜਲਦੀ ਹਾਰਡ ਹੋਣ ਤੋਂ ਬਚਾਉਂਦਾ, ਸੀਮੈਂਟ ਨੂੰ ਜਲਦੀ ਸੈੱਟ ਹੋਣ ਤੋਂ ਬਚਾਉਂਦਾ। ਸੋ ਸੀਮੈਂਟ ਨੂੰ ਜਲਦੀ ਹਾਰਡ ਹੋਣ ਤੋਂ ਕੌਣ ਬਚਾਉਂਦਾ ਹੈ, ਜਿਪਸਮ। ਜਿਪਸਮ ਦਾ ਫਾਰਮੂਲਾ ਹੈ ਜੀ CaSO4 ਹਾਫ H2, ਇਹ ਫਾਰਮੂਲਾ ਹੈ ਜਿਪਸਮ। ਸੋ CaSO4 ਹੁੰਦੇ ਜੀ ਆਪਣੇ ਕੋਲ ਕੈਲਸ਼ੀਅਮ ਸਲਫੇਟ, है ना, ਤੇ ਪਾਣੀ ਦੇ ਹਾਫ ਮੋਲੀਕਿਊਲ ਹੈ, ਇਸ ਸਾਹਮਣੇ ਨੂੰ ਆਪਾਂ ਕਵਾਂਗੇ ਹੈਮੀਹਾਈਡਰੇਟ। ਹੈਮੀਹਾਈਡਰੇਟ, ਹੈਮੀ ਦਾ ਮਤਲਬ ਹੁੰਦਾ ਹਾਫ, ਠੀਕ ਹੈ ਜੀ। ਸੋ ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ, CaSO4 ਹਾਫ H2 ਫਾਰਮੂਲਾ ਹੁੰਦਾ ਜਿਪਸਮ। ਕਲੀਅਰ ਹੈ, ਇਹ ਵੀ ਆਪਾਂ ਯਾਦ ਰੱਖ। नेक्स्ट देखो, फिफ्थ क्वेश्चन है, हु डिस्कवर्ड द पोलियो वैक्सीन। वेरी इंपॉर्टेंट क्वेश्चन, पोलियो दी वैक्सीन किन्ने खोज की थी, अलेक्जेंडर फ्लेमिंग, जोनास साल्क, लुइस पास्चर या फिर एडवर्ड जेनर। हाँ जी, सो वेरी इंपॉर्टेंट, पोलियो वैक्सीन की खोज किन्ने की। सो पोलियो वैक्सीन की खोज की थी जी जोनास साल्क। सो बी ऑप्शन इज द करेक्ट आंसर, दैट इज जोनास साल्क। सो पोलियो, पोलियो एक बहुत गंदी बीमारी है, अपन को पता है। सो पोलियो बीमारी जिहड़ी बच्चों च हुंदी है, ये बच्चों को हैंडीकैप भी कर सकती, हैंडीकैप कर सकती, ठीक है। तो सीधा बच्चों के ब्रेन को की करती है, इफेक्ट करती है, ठीक है, या सेंट्रल नर्वस सिस्टम को इफेक्ट करती है बच्चों के पोलियो वैक्सीन। सो पोलियो की ड्रॉप्स अपन पता है बच्चों को पिलाई जाती है, ठीक है, टॉफी भी मिलती है नाल। सो पोलियो वैक्सीन की खोज की सी जोनास साल्क, ठीक है जी। सो इंपॉर्टेंट है लुइस पास्चर, लुइस पास्चर ने अपन कंसैप्ट दिता सी पास्चराइजेशन का,
ਪਾਸਚਰਾਈਜੇਸ਼ਨ ਕੀ ਹੁੰਦਾ ਹੈ? ਮਿਲਕ ਨੂੰ ਗਰਮ ਕਰਨਾ। ਸੋ ਮਿਲਕ ਨੂੰ ਪਾਰਟਿਕੂਲਰ ਟੈਂਪਰੇਚਰ ਤੇ ਗਰਮ ਕਰਕੇ ਹਨਾ ਪਾਸਚਰਾਈਜ਼ ਕੀਤਾ ਜਾਂਦਾ ਹੈ। ਸੋ ਪਾਸਚਰਾਈਜੇਸ਼ਨ ਦਾ ਕਨਸੈਪਟ ਦਿੱਤਾ ਸੀ ਲੂਇਸ ਪਾਸਚਰ ਨੇ, ਇੰਪੋਰਟੈਂਟ ਹੈ। क्लियर है? सो बी ऑप्शन इज द करेक्ट आंसर। नेक्स्ट देखो अगला क्वेश्चन है, ग्लास इज एक्चुअली एन, ग्लास की है कहंदे एक्चुअली दे विच क्रिस्टलाइन सॉलिड है, आयनिक सॉलिड है, इलास्टिक सॉलिड है या विट्रीफाइड सॉलिड है? हाँ जी, सो व्हाट इज ग्लास? चलो सो देखते हैं करेक्ट आंसर की है। सो ग्लास ਨੂੰ ਆਪਾਂ ਕੀ ਬੋਲਦੇ ਹਾਂ ਜੀ? ਗਲਾਸ ਨੂੰ ਆਪਾਂ ਬੋਲਦੇ ਹਾਂ ਇਲਾਸਟਿਕ ਸੋਲਿਡ। ਸੋ ਸੀ ਆਪਸ਼ਨ ਇਜ਼ ਦਾ ਕਰੈਕਟ ਆਂਸਰ, दैट इज ਇਲਾਸਟਿਕ ਸੋਲਿਡ। ਸੋ ਗਲਾਸ ਜੋ ਕਿ ਕੱਚ ਹਨਾ, ਕੰਚ ਵੀ ਬੋਲਦੇ ਨੇ, ਕਾਂਚ। ਸੋ ਗਲਾਸ ਅਸਲ ਦੇ ਵਿੱਚ ਸੁਪਰ ਕੋਲਡ ਲਿਕੁਇਡ ਨੂੰ ਵੀ ਬੋਲਦੇ ਨੇ, ਸੁਪਰ ਕੋਲਡ ਲਿਕੁਇਡ। ਸੋ ਸੁਪਰ ਕੋਲਡ ਲਿਕੁਇਡ ਹੁੰਦੇ ਆ, ਮੇਨ ਇਸ ਕੰਪੋਜੀਸ਼ਨ ਹੁੰਦੀ ਹੈ ਸਿਲਿਕਾ, ਸਿਲਿਕਾ ਕਾਫੀ ਜ਼ਿਆਦਾ ਹੁੰਦਾ ਇਹਦੇ ਵਿੱਚ। ਤੇ ਇਲਾਸਟਿਕ ਸੋਲਿਡ ਵੀ ਕਹਿ ਸਕਦੇ ਹੋ, ਸੁਪਰ ਕੋਲਡ ਲਿਕੁਇਡ ਵੀ ਕਹਿ ਸਕਦੇ ਹੋ ਗਲਾਸ ਨੂੰ। ਸੋ ਸੀ ਆਪਸ਼ਨ ਇਜ਼ ਦਾ correct answer। next देखो 7th क्वेश्चन है, which one of the following is the scientific name of man? so इंसान ਦਾ scientific name ਕੀ ਹੁੰਦਾ ਹੈ? canis familiaris, homo habilis, homo erectus या फिर homo sapiens? हाँ जी, सो वेरी इंपॉर्टेंट। सो साइंटिफिक नेम है जी मैन ਦਾ, ਇਹ ਵੀ ਆਪਾਂ ਪੜਿਆ ਸੀ, ਇਹਨਾਂ ਨੂੰ ਆਪਾਂ ਬੋਲਦੇ ਹਾਂ ਹੋਮੋ ਸੇਪੀਅੰਸ। ਸੋ ਡੀ ਆਪਸ਼ਨ ਇਜ਼ ਦਾ ਕਰੈਕਟ ਆਂਸਰ, मैन, मैन जो कि इंसान ਨੂੰ ਆਪਾਂ ਬੋਲਦੇ ਹਾਂ। ਸੋ ਬਹੁਤ ਸਾਰੇ ਸਾਇੰਟਿਫਿਕ ਨੇਮ ਆਪਾਂ ਯਾਦ ਰੱਖਣੇ ਹੁੰਦੇ ਆ, ਜਿਵੇਂ ਕਿ ਪੀਕੌਕ ਹਨਾ, ਪੀਕੌਕ। ਸੋ ਪੀਕੌਕ ਦਾ ਸਾਇੰਟਿਫਿਕ ਨੇਮ ਹੈ ਜੀ ਪੈਵੋ क्रिस्टेटस, ਪੈਵੋ क्रिस्टेटस। ठीक है, इंसान ਦਾ है होमो सेपियंस। सो और भी बहुत सारे साइंटिफिक नेम होंगे हैं, जिमें मैंगो है, मैंगो का है जी मैंगी फेरा इंडिका, मैंगी फेरा इंडिका। ठीक है, और भी बहुत सारे साइंटिफिक नेम है। सो इंपॉर्टेंट आप साइंटिफिक नेम्स याद रखने हैं। ते मैन है जेड़ा, मैन का साइंटिफिक नेम है जी होमो सेपियंस। सो डी ऑप्शन इज द करेक्ट आंसर। नेक्स्ट देखो 8वां क्वेश्चन है, द मेजर कंपोनेंट यूज्ड इन द प्रिपरेशन ऑफ डिफरेंट टाइप ऑफ ग्लासेस इज। सो हुणे ਆਪਾਂ ਪੜ ਕੇ ਹਟੇ ਆ, ਜਿਹੜਾ ਕੰਚ ਹੁੰਦਾ ਹੈ, ਕੱਚ। ਸੋ ਕੱਚ ਨੂੰ ਬਣਾਉਣ ਦੇ ਲਈ ਕਿਹੜਾ ਮੇਜਰ ਕੰਪੋਨੈਂਟ ਯੂਜ਼ ਹੁੰਦਾ ਹੈ? ਸਿਲਿਕਾ, ਸੋਡੀਅਮ ਬੋਰੇਟ, ਕੈਲਸ਼ੀਅਮ ਸਿਲਿਕੇਟ ਜਾਂ ਫਿਰ ਸੋਡੀਅਮ ਸਿਲਿਕੇਟ? चलो सो आंसर करो। चलो सो देखते करैक्ट आंसर की है। सो मेजर कंपोनेंट ਹੁੰਦਾ ਗਲਾਸ ਬਣਾਉਣ ਦੇ ਵਿੱਚ, ਉਹ ਹੁੰਦਾ ਜੀ ਆਪਣਾ ਸਿਲਿਕਾ। ਸੋ ਇਹ ਆਪਸ਼ਨ ਇਜ਼ ਦਾ ਕਰੈਕਟ ਆਂਸਰ, ਸਿਲਿਕਾ। ਜਾਂ ਫਿਰ ਇਹਨੂੰ ਆਪਾਂ ਸਿਲਿਕਨ ਡਾਈਆਕਸਾਈਡ ਵੀ ਕਹਿ ਸਕਦੇ ਹਾਂ, ਸਿਲਿਕਨ ਡਾਈਆਕਸਾਈਡ। ਇਹਦਾ ਫਾਰਮੂਲਾ ਹੁੰਦਾ ਜੀ SiO2, ਸਿਲਿਕਾ। ਜੋ ਮਿੱਟੀ ਦੇ ਵਿੱਚ ਵੀ ਆਪਾਂ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਮਿਲਦਾ ਸਿਲਿਕਾ, ਹਨਾ, ਮਿੱਟੀ 'ਚ ਵੀ ਮਿਲਦਾ, ਸੋਇਲ ਦੇ ਵਿੱਚ। ਠੀਕ ਹੈ ਜੀ, ਸੋ ਇਹਦਾ ਇਸਤੇਮਾਲ ਹੁੰਦਾ ਹੈ ਕੰਚ ਬਣਾਉਣ ਲਈ। ਠੀਕ ਹੈ ਜੀ, ਸੋ ਇਹ ਆਪਸ਼ਨ ਇਜ਼ ਦਾ ਕਰੈਕਟ ਆਂਸਰ। नेक्स्ट देखो जी अगला क्वेश्चन, 9th क्वेश्चन है, which among the following is a vitamin? कहंदे किहड़ा इन्हां चों विटामिन है? बेंजोइक एसिड, एस्कॉर्बिक एसिड, ऑक्सैलिक एसिड या फिर फॉर्मिक एसिड? चलो आंसर करो। सो ਕਿਹੜਾ ਵਿਟਾਮਿਨ ਹੈ ਜੀ ਇਹਨਾਂ ਦੇ ਵਿੱਚੋਂ? ਵਿਟਾਮਿਨ ਹੈ ਜੀ ਆਪਣਾ ਐਸਕॉर्बिक एसिड। सो बी ऑप्शन इज द करेक्ट आंसर, दैट इज एस्कॉर्बिक एसिड। एस्कॉर्बिक एसिड ਆਪਾਂ ਬੋਲਦੇ ਵਿਟਾਮਿਨ ਸੀ ਨੂੰ। ਸੋ ਵਿਟਾਮਿਨ ਸੀ ਦੀ ਕਮੀ ਨਾਲ ਕਿਹੜਾ ਡਿਸੀਜ਼ ਹੋ ਜਾਂਦਾ ਹੈ? ਉਹ ਹੈ ਜੀ ਸਕਰਵੀ।
ठीक है, ਗਮਸ ਦਾ ਡਿਸੀਜ਼ ਹੈ ਸਕਰਵੀ। ਆਕਜ਼ੈਲਿਕ ਐਸਿਡ ਆਪਾਂ ਨੂੰ ਮਿਲਦਾ ਜੀ ਟੋਮੈਟੋ ਦੇ ਵਿੱਚ, ਟਮਾਟਰ। ਟਮਾਟਰ ਤੇ ਇੱਕ ਹੋਰ ਕੁਐਸਚਨ ਆਉਂਦਾ ਵੀ ਟਮਾਟਰ ਦਾ ਕਲਰ ਲਾਲ ਕਿਉਂ ਹੁੰਦਾ ਹੈ? ਟਮਾਟਰ ਦਾ ਕਲਰ ਲਾਲ ਹੁੰਦਾ ਜੀ ਲਾਈਕੋਪੀਨ ਪਿਗਮੈਂਟ ਕਰਕੇ। ਲਾਈਕੋਪੀਨ ਕੀ ਇੱਕ ਪਿਗਮੈਂਟ ਜੋ ਟਮਾਟਰ ਨੂੰ ਲਾਲ ਕਲਰ ਪ੍ਰੋਵਾਈਡ ਕਰਦਾ। ਫਾਰਮਿਕ ਐਸਿਡ ਇਹ ਹੁੰਦਾ ਜੀ ਐਂਟ ਸਟਿੰਗ ਦੇ ਵਿੱਚ, ਹਨਾ, ਇੱਕ ਕੀੜੀ ਦੇ ਡੰਗ ਦੇ ਵਿੱਚ ਹੁੰਦਾ ਫਾਰਮਿਕ ਐਸਿਡ। ਤੇ ਬੈਂਜ਼ੋਇਕ ਐਸਿਡ ਦਾ ਇਸਤੇਮਾਲ ਹੁੰਦਾ ਹੈ ਪ੍ਰੀਜ਼ਰਵੇਟਿਵਸ ਦੇ ਵਿੱਚ। ਪ੍ਰੀਜ਼ਰਵੇਟਿਵਸ ਹੁੰਦੇ ਆ ਜਿਹੜੇ ਆਪਾਂ ਕਿਸੇ ਫੂਡ ਮਟੀਰੀਅਲ ਨੂੰ ਜ਼ਿਆਦਾ ਲੰਬੇ ਦੇਰ ਤੱਕ, ਹਨਾ, ਸੇਵ ਕਰਕੇ ਰੱਖਣ ਦੇ ਲਈ ਇਸਤੇਮਾਲ ਕਰਦੇ। ਕਲੀਅਰ ਹੈ? ਸੋ ਇੰਪੋਰਟੈਂਟ ਹੈ ਵਿਟਾਮਿਨਸ। ਸੋ ਵਿਟਾਮਿਨਸ ਹੈ ਟੋਟਲ ਕਿਹੜੇ ਵਿਟਾमिन है? A, B, C, D, E and K। सो टोटल अपने को 6 टाइप्स के विटामिन है जो वो अवेलेबल। क्लियर है? नेक्स्ट देखो 10th क्वेश्चन है विच वन ऑफ द फॉलोइंग इज द मेन इंग्रेडिएंट यूज्ड इन द सीमेंट। सो सीमेंट दे विच जिहड़ा मेन इंग्रेडिएंट हुंदा वो किहड़ा हुंदा है? जिप्सम, लाइमस्टोन, क्ले या फिर ऐश। हाँ जी, सो वेरी इंपॉर्टेंट। सो सीमेंट बनाने दे विच जिहड़ा मेन अपना मटीरियल यूज हुंदा वो किहड़ा है जी? लाइमस्टोन या फिर लाइम, है ना, CaO, है ना। सो मेजर यही हुंदा है। दूसरे नंबर पे सब तो ज्यादा हुंदा है जी सिलिका, दूसरे नंबर पे हुंदा है। इस तो अलावा ऐश, क्ले, जिप्सम सारी चीज़ अवेलेबल होंदी है, लेकिन सब तो मेन वो हुंदा है जी अपना लाइमस्टोन। ਤੇ ਜਿਪਸਮ ਆਪਾਂ ਪੜਿਆ ਸੀ, ਜਿਪਸਮ ਦਾ ਯੂਜ਼ ਕੀ ਹੈ ਸੀਮੈਂਟ ਦੇ ਵਿੱਚ? ਰਿਟਾਰਡਰ ਦੀ ਤਰ੍ਹਾਂ। ਰਿਟਾਰਡਰ ਦਾ ਮਤਲਬ ਇਹ ਹੁੰਦਾ ਹੈ ਕਿ ਸੀਮੈਂਟ ਨੂੰ ਜਲਦੀ ਸੈੱਟ ਹੋਣ ਤੋਂ ਬਚਾਉਂਦਾ ਹੈ, ਸੀਮੈਂਟ ਨੂੰ ਜਲਦੀ ਹਾਰਡ ਹੋਣ ਤੋਂ ਬਚਾਉਂਦਾ। नेक्स्ट देखो 11th क्वेश्चन है जी कार्बोहाइड्रेट्स आर द कंपाउंड ऑफ। सो कार्बोहाइड्रेट्स कहते किस चीज तो मिलके बने हैं? कार्बन, हाइड्रोजन, कार्बन ऑक्सीजन हाइड्रोजन, कार्बन ऑक्सीजन हाइड्रोजन नाइट्रोजन या फिर नन ऑफ दीज। हाँ जी, चलो सो इसका आंसर दो कार्बोहाइड्रेट्स किस चीज तो मिलके बने हैं? सो देखते हैं इस क्वेश्चन का करेक्ट आंसर क्या होगा। सो कार्बोहाइड्रेट्स, जो कार्बोहाइड्रेट्स है बने होंगे कार्बन, ऑक्सीजन ते हाइड्रोजन तो मिलके CH O। क्लियर है? सो कार्बोहाइड्रेट्स की है, कार्बोहाइड्रेट इज द इंस्टेंट सोर्स ऑफ एनर्जी, है ना। सो ये सोर्स ऑफ एनर्जी है। कार्बोहाइड्रेट्स अपनी बॉडी को एनर्जी प्रोवाइड कर दे। कार्बोहाइड्रेट्स फैट्स भी एनर्जी प्रोवाइड कर दे, लेकिन इंस्टेंट सोर्स ऑफ एनर्जी एकदम अपने बॉडी को एनर्जी प्रोवाइड कौन कर दे? कार्बोहाइड्रेट्स। सो कार्बोहाइड्रेट्स कार्बन, ऑक्सीजन ते हाइड्रोजन तो मिलके बने होंगे। सो बी ऑप्शन इज द करेक्ट आंसर, वेरी इंपॉर्टेंट। चलते नेक्स्ट क्वेश्चन ते। अगला क्वेश्चन देखो की है 12th क्वेश्चन व्हाइट रेवोल्यूशन इज रिलेटेड टू मिल्क प्रोडक्शन इन द सेम वे येलो रेवोल्यूशन इज रिलेटेड टू। सो कहंदे जिवें व्हाइट क्रांति मिल्क प्रोडक्शन दे नाल रिलेटेड है, उवें येलो रेवोल्यूशन किस चीज दे नाल रिलेटेड है? ऑप्शंस है पोटैटो, हनी, ऑयल सीड या फिर एग। चलो इस क्वेश्चन का आंसर दो। सो जिस तरीके नाल व्हाइट रेवोल्यूशन का संबंध है मिल्क प्रोडक्शन के नाल, उवें येलो रेवोल्यूशन दे विच आपां मैक्सिमम प्रोडक्शन किस चीज की कीती? ऑयल। सो सी ऑप्शन इज द करेक्ट आंसर, दैट इज ऑयल सीड्स। ठीक है। सो व्हाइट रेवोल्यूशन दे आपां नूं फादर भी पूछे जांदे हैं, फादर ऑफ व्हाइट रेवोल्यूशन। सो व्हाइट रेवोल्यूशन दे अपने पिता फादर है, उन्हां दा नाम है वर्गीस कुरियन। सो वर्गीस कुरियन इज नोन एज फादर ऑफ व्हाइट रेवोल्यूशन। सो वर्गीस कुरियन ने एक ऑपरेशन भी चलाया सी, ਉਹਦਾ नाम है जी ऑपरेशन फ्लड। ऑपरेशन फ्लड चलाया सी इन्होंने, ठीक है, जिस ਆਪਾਂ मैक्सिमम प्रोडक्शन की मिल्क ਦੇ ਵਿੱਚ। सो मिल्क ਦੇ ਵਿੱਚ ਸਾਰੇ ਆਪਾਂ ਨੂੰ ਨਿਊਟ੍ਰੀਐਂਟਸ ਮਿਲ ਜਾਂਦੇ ਆ, लेकिन मिल्क ਦੇ ਵਿੱਚ ਆਪਾਂ ਨੂੰ ਆਇਰਨ नहीं मिलता, याद रखियो। मिल्क ਜਿਹਨੂੰ ਆਪਾਂ मिल्क ਦੇ ਵਿੱਚ ਜਿਹੜੀ ਸ਼ੂਗਰ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਉਹ ਕਿਹੜੀ ਹੁੰਦੀ ਹੈ? लैक्टोस। लैक्टोस
ਸੋ ਮਿਲਕ ਨੂੰ ਲੈਕਟੋਸ ਨੂੰ ਆਪਾਂ ਮਿਲਕ ਸ਼ੂਗਰ ਵੀ ਬੋਲ ਦਿੰਦੇ ਹਾਂ। ਮਿਲਕ ਦੀ ਪਿਓਰਿਟੀ, ਮਿਲਕ ਕਿੰਨਾ ਕੁ ਪਿਓਰ ਹੈ ਇਹਨੂੰ ਮਾਪਿਆ ਜਾਂਦਾ ਹੈ ਲੈਕਟੋਮੀਟਰ ਦੇ ਨਾਲ, ਲੈਕਟੋਮੀਟਰ, ਠੀਕ ਹੈ। ਸੋ ਇਹ ਚੀਜ਼ਾਂ ਵੀ ਆਪਾਂ ਯਾਦ ਰੱਖਣੀ ਹੈ। ਸੋ ਵਾਈਟ ਰੈਵੋਲੂਸ਼ਨ ਮਿਲਕ ਪ੍ਰੋਡਕਸ਼ਨ ਨਾਲ ਰਿਲੇਟਡ ਹੈ ਤੇ ਯੈਲੋ ਰੈਵੋਲੂਸ਼ਨ ਆਇਲ ਸੀਡਸ ਦੀ ਪ੍ਰੋਡਕਸ਼ਨ ਦੇ ਨਾਲ ਰਿਲੇਟਡ ਹੈ। ਨੈਕਸਟ ਦੇਖੋ 13ਵਾਂ क्वेश्चन है alloy of copper and zinc is known as, very important, copper Cu ਤੇ zinc Zn, copper ਤੇ zinc ਦੇ alloy ਨੂੰ ਮਿਕਸਚਰ ਨੂੰ ਆਪਾਂ ਕੀ ਕਹਿੰਦੇ ਹਾਂ, ਸਟੇਨਲੈਸ ਸਟੀਲ, ਬ੍ਰਾਸ, ਬ੍ਰੌਂਜ਼ ਜਾਂ ਫਿਰ ਸੋਲਡਰ। ਹਾਂਜੀ, ਸੋ ਕਾਪਰ ਤੇ ਜ਼ਿੰਕ ਦੇ ਮਿਕਸਚਰ ਨੂੰ ਆਪਾਂ ਕਹਿੰਦੇ ਹਾਂ ਜੀ ਬ੍ਰਾਸ। ਸੋ ਬੀ ਆਪਸ਼ਨ ਇਜ਼ ਦਾ ਕਰੈਕਟ ਆਂਸਰ, दैट इज ਬ੍ਰਾਸ। ਸੋ ਬ੍ਰਾਸ ਕੀ ਇੱਕ ਅਲੋਏ ਹੈ, ਕਿਸ ਚੀਜ਼ ਤੋਂ ਮਿਲ ਕੇ ਬਣਦਾ ਹੈ, ਕਾਪਰ ਪਲਸ ਜ਼ਿੰਕ। ਬ੍ਰੌਂਜ਼, ਬ੍ਰੌਂਜ਼ ਵੀ ਤੁਸੀਂ ਸੁਣਿਆ ਹੋਊਗਾ, ਬ੍ਰੌਂਜ਼ ਮਿਲ ਕੇ ਬਣਦਾ ਹੈ ਕਾਪਰ ਪਲਸ ਟਿਨ, ਕਾਪਰ ਪਲਸ ਟਿਨ। ਕਾਪਰ ਦਾ ਸਿੰਬਲ ਹੈ Cu, ਟਿਨ ਦਾ ਹੈ Sn, ਠੀਕ ਹੈ। ਸੋ ਇੰਪੋਰਟੈਂਟ ਹੈ। ਸਟੇਨਲੈਸ ਸਟੀਲ ਆਪਣਾ ਬਣਿਆ ਹੁੰਦਾ ਜੀ ਆਇਰਨ प्लस कार्बन प्लस क्रोमियम, है ना, आयरन कार्बन क्रोमियम, इस तो मिलके बनता अपना स्टेनलेस स्टील। तो सारे अलॉयस इंपॉर्टेंट है, आप याद रखने हैं। ते अलॉयस के क्वेश्चन भी काफी ज्यादा अपन पेपरां दे विच पूछे जा। क्लियर है जी? चलो सो चलते अपने नेक्स्ट क्वेश्चन ते देखते हैं अगला क्वेश्चन की है। सो 14th अपना क्वेश्चन है विच रिसेप्टर्स आर लोकेटेड ऑन आवर टंग। सो अपनी जिहड़ी जुबान है, अपनी जुबान ते किहड़े रिसेप्टर होंदे हैं जिहदे नाल आपां नूं किसी चीज दा टेस्ट आंदा है। फोटो रिसेप्टर, थर्मो रिसेप्टर, गस्टेटरी रिसेप्टर या फिर ऑलफैक्टरी रिसेप्टर। सो इंपॉर्टेंट है जी। सो जेडे रिसेप्टर अपनी टंग या कि जुबान ते प्रेजेंट होंगे उनका नाम है गस्टेटरी रिसेप्टर्स। वेरी इंपॉर्टेंट, गस्टेटरी रिसेप्टर। सो गस्टेटरी रिसेप्टर अपन किस चीज दे विच हेल्प करते हैं, किसी चीज के टेस्ट दे विच, है ना। सो आप कोई चीज कहने भी कोई चीज मिठी है, कौड़ी है, नमकीन है ना, अलग अलग जो टेस्ट आते हैं। सो अलग अलग अपन किस चीज के टेस्ट किस करके आते हैं, गस्टेटरी रिसेप्टर। तो अपनी जी जुबान है इन्हों के इदा के जो रिसेप्टर है ना, वो बने होंगे पोर्स टाइप के विच अपने, ठीक है। सो याद रखना है, ठीक है जी। सो सी ऑप्शन इज द करेक्ट आंसर, दैट इज गस्टेटरी रिसेप्टर, ये अपनी टंग ते अवेलेबल। सो चलते हैं फिर आज के सैशन के अपने लास्ट क्वेश्चन ते। 15th क्वेश्चन है एटम ऑफ द सेम एलिमेंट दैट इज हैविंग द सेम एटॉमिक नंबर बट डिफरेंट एटॉमिक मास या एटॉमिक वेट, उन्होंने आपां की बोलते। मतलब कोई ਇਹੋ ਜਿਹੇ ਐਟਮ ਹੈ ਜਿਨ੍ਹਾਂ ਦਾ ਕਹਿੰਦੇ ਐਟॉमिक ਨੰਬਰ ਤਾਂ ਸੇਮ ਹੋਵੇ ਪਰ ਮਾਸ ਨੰਬਰ ਡਿਫਰੈਂਟ ਹੋਵੇ, ਇਹਨਾਂ ਨੂੰ ਆਪਾਂ ਕੀ ਬੋਲਦੇ, ਆਈਸੋਟੋਪ, ਆਈਸੋਮਰ, ਆਈਸੋਬਾਰ ਜਾਂ ਫਿਰ ਆਈਸੋਹਾਈਡਸ। ਸੋ ਇੰਪੋਰਟੈਂਟ ਕੁਐਸਚਨ ਹੈ ਜੀ, ਇਹਨਾਂ ਨੂੰ ਆਪਾਂ ਕੀ ਬੋਲਾਂਗੇ ਦੱਸੋ। ਸੋ ਕੁਐਸਚਨ ਸਮਝੋ ਧਿਆਨ ਨਾਲ ਕੀ ਹੈ, ਜਿਵੇਂ ਦੇਖੋ ਆਪਾਂ ਹਾਈਡਰੋਜਨ ਹੈ, ਹਾਈਡਰੋਜਨ ਦਾ ਐਟॉमिक ਨੰਬਰ ਕਿੰਨਾ ਹੁੰਦਾ 1। ਇੱਕ ਦੂਸਰਾ ਹਾਈਡਰੋਜਨ ਨੂੰ ਇਦਾਂ ਨੂੰ ਆਪਾਂ ਬੋਲਦੇ ਆ ਡਿਊਟੀਰੀਅਮ, ਉਹਦਾ ਵੀ ਐਟॉमिक ਨੰਬਰ 1 ਹੁੰਦਾ। ਇੱਕ ਹੋਰ ਹਾਈਡਰੋਜਨ ਦੀ ਫਾਰਮ ਹੁੰਦੀ ਹੈ ਟ੍ਰੀਟੀਅਮ, ਉਹਦਾ ਵੀ ਐਟॉमिक ਨੰਬਰ 1। ਸੋ ਇਹ ਕੀ ਹੈ, ਇਹ ਹੈ ਜੀ ਆਪਣਾ ਹਾਈਡਰੋਜਨ। ਇਹ ਕੀ ਹੈ, ਇਹ ਹੈ ਆਪਣਾ ਡਿਊਟੀਰੀਅਮ ਤੇ ਟੀ ਦਾ मतलब है जी ट्रीटियम। सो ये तीनों ही की है हाइड्रोजन दी फॉर्म्स है, हाइड्रोजन, ड्यूटीरियम, ट्रीटियम। लेकिन हाइड्रोजन ਨੂੰ ਆਪਾਂ ਡੋਨੇਟ ਕਰਦੇ ਹਾਂ H ਦੇ ਨਾਲ, ਡਿਊਟੀਰੀਅਮ ਨੂੰ ਡੋਨੇਟ ਕਰਦੇ ਹਾਂ D ਦੇ ਨਾਲ ਤੇ ਟ੍ਰੀਟੀਅਮ ਨੂੰ ਕਰਦੇ ਹਾਂ T ਦੇ ਨਾਲ। ਲੇਕਿਨ ਇੱਕ ਚੀਜ਼ ਇਹਨਾਂ ਚੋਂ ਕਾਮਨ ਹੈ, ਉਹਨਾਂ ਦੀ ਕੀ ਹੈ, ਇਹਨਾਂ ਦਾ ਦੇਖੋ ਐਟॉमिक ਨੰਬਰ ਸੇਮ ਹੈ। ਐਟॉमिक ਨੰਬਰ ਕਿੰਨਾ ਹੈ 1।
ਤੇ ਐਟੋਮਿਕ ਨੰਬਰ ਆਪਾਂ ਨੂੰ ਕੀ ਦੱਸਦਾ ਪ੍ਰੋਟੋਨ, ਯਾਨੀ ਕਿ ਇਹਨਾਂ ਚ ਪ੍ਰੋਟੋਨ ਕਿੰਨੇ ਆ 1, ਲੇਕਿਨ ਇਹਨਾਂ ਦਾ ਮਾਸ ਨੰਬਰ ਡਿਫਰੈਂਟ ਹੈ। ਹਾਈਡਰੋਜਨ ਦਾ ਮਾਸ ਨੰਬਰ ਵੀ ਕਿੰਨਾ ਹੁੰਦਾ ਹੈ 1, ਡਿਊਟੀਰੀਅਮ ਦਾ ਮਾਸ ਨੰਬਰ ਹੁੰਦਾ ਜੀ 2, ਟ੍ਰੀਟੀਅਮ ਦਾ ਮਾਸ ਨੰਬਰ ਹੁੰਦਾ ਜੀ 3। ਠੀਕ ਹੈ, ਸੋ ਆਪਾਂ ਨੂੰ ਕੁਐਸਚਨ ਦੇ ਵਿੱਚ ਵੀ ਕੀ ਕਹਿ ਰਿਹਾ ਦੇਖੋ, ਐਟਮ ਆਫ ਦੀ ਸੇਮ ਐਲੀਮੈਂਟ, ਸੋ ਹਾਈਡਰੋਜਨ ਦੇ ਹੀ ਐਲੀਮੈਂਟ ਹੈ, ਐਟਮ ਹੈ, ਬਿਲਕੁਲ ਠੀਕ ਹੈ। हैविंग द सेम एटॉमिक नंबर देखो सेम है 111 बट डिफरेंट एटॉमिक वेट कह लो, मास नंबर कह लो या एटॉमिक मास कह लो, इको गल ही है, वो इन्हां दे डिफरेंट है। देखो ਇਹਦਾ 1 है हाइड्रोजन ਦਾ, ड्यूटीरियम ਦਾ 2 है, ट्रीटियम ਦਾ 3 है, सो ਇਹਨਾਂ ਨੂੰ ਆਪਾਂ ਕੀ ਬੋਲਦੇ ਆ आइसोटॉप्स। सो ए ऑप्शन इज द करेक्ट आंसर, दैट इज आइसोटॉप। सो जे ਆਪਾਂ ਨੂੰ एग्जाम ਦੇ ਵਿੱਚ ਪੁੱਛ ਲੈਣ भी दसो भी हाइड्रोजन ਦੇ आइसोटॉप्स ਦੇ नाम दसो, सो आप कहांगे हाइड्रोजन ਦੇ दो आइसोटॉप ਆਪਾਂ ਨੂੰ ਦੇਖਣ ਨੂੰ ਮਿਲਦੇ ਆ, ਇੱਕ ਦਾ ਨਾਮ ਹੈ ਜੀ ਡਿਊਟੀਰੀਅਮ, ਦੂਸਰੇ ਦਾ ਨਾਮ ਹੈ ਟ੍ਰੀਟੀਅਮ। ਸੋ ਦੋ ਹਾਈਡਰੋਜਨ ਆਪਾਂ ਨੂੰ ਜਿਹੜੇ ਹਾਈਡਰੋਜਨ ਦੇ ਹੈ ਉਹ ਦੇਖਣ ਨੂੰ ਮਿਲਦੇ ਆ ਆइसोटॉप। ठीक है जी, सो इंपॉर्टेंट है, ए ऑप्शन इज द करेक्ट आंसर, दैट इज आइसोटॉप्स। चलो सो लास्ट क्वेश्चन सी अपना सैशन का, ठीक है जी। सो ये सी आज दे अपने इंपॉर्टेंट क्वेश्चंस। आई होप तुहानू सैशन समझ आया, सैशन अच्छा लग गया, समझ आया तो लाइक कर दियो, शेयर कर दियो अपने ग्रुप्स फैमिली फ्रेंड्स के नाल। सो इसी तरीके दे नाल सैशन दे विच बने रहो। जिन्होंने अपैक्स इंस्टीट्यूट का यूट्यूब चैनल हाले तक सबसक्राइब नहीं किया, चैनल को सबसक्राइब कर लो, बैल आइकन बटन पर क्लिक कर लो ताकि तुहानू सारियां अपडेट्स इसी तरीके दे नाल वीडियोस दियां आंदियां। ठीक है जी, सो मिलांगे फिर अपने नैक्सट पार्ट दे विच अगेन नैक्सट 4 PM शाम ਨੂੰ 4 ਵਜੇ, ਜਿਹਦੇ ਵਿੱਚ ਅਗੇਨ ਆਪਾਂ ਡਿਸਕਸ ਕਰਾਂਗੇ ਆਪਣੇ ਸਾਇੰਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ। ਸੋ ਅੱਜ ਲਈ ਇੰਨਾ ਹੀ ਕਰਦੇ ਜੀ, ਸੋ ਮਿਲਦੇ ਫਿਰ ਆਪਣੇ ਨੈਕਸਟ ਪਾਰਟ ਦੇ ਵਿੱਚ। ਟਿਲ ਦੈਨ ਥੈਂਕ ਯੂ ਐਂਡ ਬੈਸਟ ਆਫ ਲੱਕ, ਗॉड ਬlesਸ ਯੂ।